ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵੈਲਕਮ ਟੂ ਦੀ ਸਪਿਰਿਚੁਅਲ ਜਰਨੀ। ਆਪ ਸਭ ਜੀ ਦਾ ਤਹਿ ਦਿਲ ਤੋਂ ਸਵਾਗਤ ਹੈ ਇਸ ਚੈਨਲ ਤੇ, ਔਰ ਇਹ ਚੈਨਲ ਆਪ ਜੀ ਦਾ ਤੇ ਇਹਦੇ ਤੇ ਅਸੀਂ ਹਜੂਰ ਮਹਾਰਾਜ ਦੀਆਂ ਆਪਣੇ ਮਿਸ਼ਨ ਦੀਆਂ ਗੱਲਾਂ ਕਰਦੇ ਤੇ ਆਪ ਜੀ ਜੋ ਵੀ ਸਵਾਲ ਜਵਾਬ ਕਰਦੇ ਹੋ, ਤੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਜਿੰਨੀ ਕੁ ਮੇਰੀ ਬੁੱਧੀ ਹੈ ਮੈਂ ਉਹਦੇ ਮੁਤਾਬਕ ਆਪ ਜੀ ਨੂੰ ਜਵਾਬ ਦੇ ਸਕਦਾ। ਠੀਕ ਹੈ ਕਿ ਮੇਰੇ ਕੋਲ ਇੰਨੀ ਨੌਲੇਜ ਨਹੀਂ ਹੈ ਤੇ ਮੈਂ ਆਪ ਜੀ ਹੀ ਵਰਗਾ ਹਾਂ ਤੇ ਕੋਸ਼ਿਸ਼ ਕਰ ਰਿਹਾ ਕਿ ਚੰਗਾ ਬਣਾ। ਮੈਂ ਜੋ ਆਪ ਜੀ ਨੂੰ ਦੱਸਦਾ ਉਹ ਹਜੂਰ ਮਹਾਰਾਜ ਦੀਆਂ ਜੋ ਸੁਣੀਆਂ ਹੋਈਆਂ ਕੈਸਟਾਂ, ਸਤਸੰਗ ਤੇ ਜੋ ਉਹਨਾਂ ਨੇ ਆਪਣੇ ਨਾਲ ਰਹਿਣ ਦਾ ਮੌਕਾ ਬਖਸ਼ਿਆ, ਉਹ ਗੱਲਾਂ ਉਹਨਾਂ ਤੋਂ ਮੈਂ ਆਪ ਜੀ ਦੇ ਨਾਲ ਕੋਸ਼ਿਸ਼ ਕਰਦਾ ਕਿ ਆਪ ਜੀ ਨੂੰ ਉਹ ਨੌਲੇਜ ਹਜੂਰ ਮਹਾਰਾਜ ਜੀ ਦੀ ਦਵਾਂ ਜੋ ਉਹਨਾਂ ਨੇ ਸਾਡੇ ਸਾਰਿਆਂ ਨਾਲ ਸਾਂਝੀ ਕੀਤੀ। ਤੇ ਸਵਾਲ ਜੋ ਅੱਜ ਦਾ ਉਹ ਹੈਗਾ ਕਿ ਵੀ ਸੇਵਾ ਹੈਗਾ ਕਿ ਤਨ ਮਨ ਧਨ। ਸੋ ਤਨ ਮਨ ਧਨ, ਸੋ ਤਿੰਨ ਤਰੀਕੇ ਦੀ ਸੇਵਾ ਹੈ। ਆਪ ਜੀ ਸਤਸੰਗਾਂ 'ਚ ਬੜੀ ਵਾਰੀ ਸੁਣਦੇ ਹੋ ਤੇ ਸੁਣਦੇ ਆਏ ਹੋ, ਤੇ ਅੱਜ ਜੋ ਇਹ ਮੇਨ ਹੈ ਉਹ ਹੈਗਾ ਧਨ ਦੀ ਸੇਵਾ। ਕਿ ਕਿੰਨੇ ਜਣਿਆਂ ਨੇ ਜੋ ਵੱਖਰੇ ਵੱਖਰੇ ਆਪਣੇ ਕਮੈਂਟਸ ਭੇਜੇ ਨੇ ਕਿ ਧਨ ਦੀ ਸੇਵਾ ਅਸੀਂ ਜਿਹਦਾ ਕਰਨਾ ਚਾਹੁੰਦੇ ਹਾਂ ਤੇ ਕਰਦੇ ਹਾਂ, ਤੇ ਉਹ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ, ਕਦੋਂ ਕਰਨੀ ਚਾਹੀਦੀ ਹੈ। ਸੋ ਹਜੂਰ ਮਹਾਰਾਜ ਜੀ ਹਮੇਸ਼ਾ ਇਹ ਆਪਣੇ ਸਤਸੰਗਾਂ 'ਚ ਕਿਹਾ ਕਰਦੇ ਸੀ ਕਿ ਸੇਵਾ ਕਿੱਥੇ ਕਰਨੀ ਹੈ, ਕਦੋਂ ਕਰਨੀ ਹੈ ਤੇ ਕਿੱਦਾਂ ਕਰਨੀ ਹੈ। ਠੀਕ ਹੈ, ਇਹ ਆਪ ਜੀ ਨੂੰ ਪਤਾ ਹੋਣਾ ਚਾਹੀਦਾ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਪਹਿਲੋਂ ਗੁਰੂ ਘਰਾਂ ਦੇ ਵਿੱਚ ਆਪਣੇ ਦਰਬਾਰਾਂ ਦੇ ਉੱਪਰ ਮੰਦਰਾਂ ਗੁਰਦੁਆਰਿਆਂ 'ਚ ਇੱਕ ਗੋਲਕ ਰੱਖੀ ਹੁੰਦੀ ਸੀ ਰੱਬ ਦੇ ਕੋਲ ਪਹੁੰਚਣ ਤੋਂ ਪਹਿਲਾਂ ਕਿ ਇਹਦੇ ਤੇ ਤੁਸੀਂ ਆਪਣਾ ਜੋ ਦਾਨ ਪਾਤਰ ਪਾਣਾ ਉਹ ਪਾਓ। ਚਲੋ ਕਹਿੰਦੇ ਆ ਕਿ ਜੋ ਐਡਮਿਨਿਸਟ੍ਰੇਸ਼ਨ ਹੁੰਦੀ ਆ ਉਹਨਾਂ ਨੇ ਵੀ ਇਹ ਖਰਚੇ ਪੂਰੇ ਕਰਨੇ ਆ ਤੇ ਜੋ ਉਥੋਂ ਦੀ ਸੰਸਥਾ ਉਹਨੂੰ ਚਲਾਣਾ, ਇਸ ਕਰਕੇ ਸਭ ਤੋਂ ਪਹਿਲਾਂ ਉਹਨਾਂ ਨੇ ਅੱਗੇ ਗੋਲਕ ਹੀ ਰੱਖੀ ਹੁੰਦੀ ਹੈ ਕਿ ਤੁਸੀਂ ਰੱਬ ਦੇ ਅੱਗੇ ਪ੍ਰਾਰਥਨਾ ਕਰਨ ਤੋਂ ਪਹਿਲਾਂ ਆਪ ਇੱਥੇ ਆਪਣਾ ਦਾਨ ਪੱਤਰ ਪਾਓ। ਉਹ ਕੀ ਹੁੰਦਾ ਸੀ ਕਿ ਆਪ ਜੀ ਦੀ ਸ਼ਰਧਾ ਦੇ ਮੁਤਾਬਕ ਜੋ ਵੀ ਆਪ ਜੀ ਉਹਦੇ 'ਚ ਪਾਣਾ ਚਾਹੁੰਦੇ ਹੋ ਆਪ ਜੀ ਪਾਓ। ਆਪ ਦੇਖ ਰਹੇ ਹੋ ਜਾਂ ਸਾਹਮਣੇ ਜੋ ਤਸਵੀਰ ਲੱਗੀ ਹੈ ਜਾਂ ਜੋ ਗੁਰੂ ਬਿਰਾਜਮਾਨ ਨੇ ਉਹਨਾਂ ਨੂੰ ਪਤਾ ਕਿ ਆਪ ਨੇ ਕੀ ਪਾਇਆ। ਸੋ ਉਹ ਜੋ ਆਪ ਦੀ ਸ਼ਰਧਾ ਹੋਗੀ ਆਪ ਕੋਲੋਂ ਸਰਿਆ ਆਪ ਨੇ ਉਹਦੇ 'ਚ ਪਾਤਾ, ਕਿਉਂਕਿ ਹਰ ਇੱਕ ਦੀ ਜੋ ਸਮਰੱਥਾ ਹੈਗੀ ਹੈ ਉਹ ਸਾਰਿਆਂ ਵਰਗੀ ਨਹੀਂ ਹੋ ਸਕਦੀ। ਕੋਈ ਬਿਜ਼ਨਸਮੈਨ ਹੈ ਤੇ ਉਹ ਜ਼ਿਆਦਾ ਪਾ ਸਕਦਾ, ਕੋਈ ਕੰਮ ਕਰਦਾ ਉਹ ਥੋੜਾ ਪਾ ਸਕਦਾ, ਕੋਈ ਕੰਮ ਨਹੀਂ ਕਰਦਾ ਲੇਕਿਨ ਪਾਣਾ ਚਾਹੁੰਦਾ ਤੇ ਦਿਲੋਂ ਤੇ ਉਹ ਵੀ ਪਾ ਸਕਦਾ। ਤੇ ਲੱਗਦਾ ਹਜੂਰ ਮਹਾਰਾਜ ਜੀ ਕਹਿੰਦੇ ਸੀ ਉਹਨਾਂ ਦਾ ਜੋ ਆਪਣੇ ਮਨ ਤੋਂ ਸ਼ਰਧਾ ਦੇ ਨਾਲ ਜੋ ਦਾਨ ਪਾਉਂਦੇ ਨੇ ਇਹ ਉਹਨਾਂ ਦਾ ਲੱਗਦਾ। ਸੋ ਇਹ ਦਾਨ ਉਹਨਾਂ ਦਾ ਲੱਗਦਾ ਕਿ ਕਿਉਂਕਿ ਦਿਲੋਂ ਜਦੋਂ ਉਹ ਦਿਲੋਂ ਪਾਉਂਦੇ ਨੇ ਤੇ ਉਹ ਦਾਨ ਲੱਗਦਾ। ਉਹ ਕਹਿੰਦੇ ਸੀ ਵਰਨਾ ਚਾਹੇ ਤੁਸੀਂ ਲੱਖਾਂ ਦੇ ਦਿਓ ਉਹ ਨਹੀਂ ਲੱਗਦਾ ਜਦੋਂ ਤੁਸੀਂ ਦਿਖਾਵੇ ਦੇ ਰੂਪ 'ਚ ਤੇ ਜਾਂ ਉਹ ਜ਼ਬਰਦਸਤੀ ਨਾਲ ਦਿੱਤਾ ਜਾਵੇ। ਸੋ ਇਹਦੇ 'ਚ ਇਹ ਗੱਲਾਂ ਆਉਂਦੀਆਂ ਕਿ ਅਸੀਂ ਤੇ ਸੇਵਾ ਕਰ ਦਿੱਤੀ, ਅਸੀਂ ਦਾਨ ਦਿੱਤਾ ਤੇ ਹੁਣ ਲੱਗਣਾ ਕਿਉਂ ਨਹੀਂ। ਲੱਗਣਾ ਉਹੀ ਹੈ ਜੋ ਆਪ ਜੀ ਨੇ ਆਪਣੇ ਮਨ ਤੋਂ ਇੱਕ ਚਿੱਤ ਹੋ ਕੇ ਉਹ ਪਾਤਾ ਤੇ ਭੁੱਲ ਗਏ, ਉਹਦਾ ਫਲ ਮਿਲਣਾ। ਔਰ ਜੋ ਜਿਸ ਤਰ੍ਹਾਂ ਐਗਜ਼ਾਮਪਲ ਮੈਂ ਆਪ ਜੀ ਨੂੰ ਦੱਸਦਾ ਕਿ ਇੱਕ ਵਾਰੀ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਲੋਨੀ ਦਰਬਾਰ ਦੀ ਗੱਲ ਹੈ ਕਿ ਮੈਂ ਹਜੂਰ ਮਹਾਰਾਜ ਜੀ ਦੇ ਨਾਲ ਖੜਾ ਸੀ, ਡਿਊਟੀ ਕਰਦਾ ਹੁੰਦਾ ਸੀ। ਜਦੋਂ ਲੋਨੀ ਹੁੰਦੇ ਸੀ ਹਮੇਸ਼ਾ ਮਹਾਰਾਜ ਜੀ ਦੇ ਨਾਲ ਖਲੋਣ ਦਾ ਮੌਕਾ ਮਿਲਦਾ ਸੀ ਡਿਊਟੀ ਕਰਨ ਦਾ ਵਰਦੀ ਪਾ ਕੇ। ਤੇ ਮੱਸਿਆ ਦਾ ਦਿਹਾੜਾ ਸੀਗਾ ਤੇ ਹਜੂਰ ਸਤਸੰਗ ਕਰਕੇ ਤੇ ਫਿਰ ਆ ਕੇ ਆਪਣੀ ਚੇਅਰ ਤੇ ਬੈਠ ਜਾਂਦੇ ਹੁੰਦੇ ਸੀ। ਸ਼ਾਇਦ ਆਪਣੇ ਫੋਟੋਆਂ 'ਚ ਵੀ ਦੇਖਿਆ ਹੋਏਗਾ ਕਿ ਲੈਪਰਡ ਸਕਿਨ ਦੀ ਏਦਾਂ ਉਹਦੇ ਤੇ ਪ੍ਰਿੰਟ ਹੁੰਦੇ ਸੀਗੇ। ਉੱਥੇ ਬਹਿ ਜਾਂਦੇ ਹੁੰਦੇ ਸੀ ਤੇ ਨਾਲ ਹੀ ਅੱਗੇ ਗੋਲਕ ਰੱਖੀ ਹੁੰਦੀ ਸੀ ਤੇ ਸੰਗਤਾਂ ਹਜੂਰ ਨੂੰ ਮੱਥਾ ਟੇਕ ਕੇ ਤੇ ਆਪਣੀ ਸ਼ਰਧਾ ਮੁਤਾਬਕ ਗੋਲਕ 'ਚ ਪੈਸੇ ਪਾ ਕੇ ਮੱਥਾ ਟੇਕ ਕੇ ਜਾਈ ਜਾਂਦੇ ਸੀ। ਇਸ ਤਰ੍ਹਾਂ ਹੀ ਲਾਈਨ ਲੱਗੀ ਹੋਈ ਸੀ ਤੇ ਸਾਰੇ ਆਈ ਜਾਂਦੇ ਸੀ, ਮੱਥਾ ਟੇਕੀ ਜਾਂਦੇ ਸੀ, ਆਈ ਜਾਂਦੇ ਸੀ, ਮੱਥਾ ਟੇਕੀ ਜਾਂਦੇ ਸੀ। ਮੈਂ ਵੀ ਦੇਖ ਰਿਹਾ ਕਿ ਇੱਕ ਔਰਤ ਜਿਹੜੀ ਕਿ
ਆਪਣਾ ਕੀ ਕਹਿੰਦੇ ਆ ਕਿ ਮਾਲੀ ਹਾਲਤ 'ਚ ਇੰਨੀ ਠੀਕ ਨਹੀਂ ਲੱਗਦੇ ਸੀਗੇ। ਤੇ ਜਦੋਂ ਉਹਦਾ 5-7 ਜਣੇ ਰਹਿ ਜਾਂਦੇ ਸੀ, ਉਹਦੀ ਵਾਰੀ ਆਉਂਦੀ ਸੀ ਤਾਂ ਪਿੱਛੇ ਚਲ ਜਾਂਦੀ ਸੀ, ਦੂਸਰਿਆਂ ਨੂੰ ਅੱਗੇ ਅੱਗੇ ਕਰੀ ਜਾਂਦੀ ਸੀਗੀ। ਚਲੋ ਕੋਈ ਸ਼ਾਇਦ ਉਹ ਕਿਸੇ ਨੂੰ ਵੇਟ ਕਰਦੀ ਹੋਏਗੀ, ਇਹ ਸਮਝ ਕੇ ਮੇਰਾ ਧਿਆਨ ਇੰਨਾ ਨਹੀਂ ਗਿਆ। ਫਿਰ ਜਦੋਂ ਮੇਰਾ ਧਿਆਨ ਗਿਆ, ਫਿਰ ਮੈਂ ਦੇਖਿਆ ਕਿ ਉਹ ਔਰਤ ਕਿ ਉੱਥੇ ਹੀ ਹੈ ਕਿ ਜਦੋਂ ਉਹ ਲਾਗੇ ਆਉਣ ਲੱਗਦੀ ਹੈ ਤੇ ਉਦੋਂ ਫਿਰ ਦੂਸਰਿਆਂ ਨੂੰ ਅੱਗੇ ਕਰ ਦਿੰਦੀ, ਆਪ ਪਿੱਛੇ ਚਲ ਜਾਂਦੀ ਹੈ। ਖੈਰ ਸਮਝ ਨਹੀਂ ਕੋਈ ਆਈ। ਐਨੀਵੇ ਲਾਈਨ ਘਟਦੀ ਗਈ ਤੇ ਆਖਰ ਤੇ ਫਿਰ ਉਹਨੂੰ ਵੀ ਆਉਣਾ ਹੀ ਪੈਣਾ ਸੀਗਾ। ਤੇ ਜਿਸ ਤਰ੍ਹਾਂ ਹੀ ਉਹ ਆਈ ਤੇ ਉਹਨੇ ਮਹਾਰਾਜ ਜੀ ਨੂੰ ਦੂਰੋਂ ਹੀ ਮੱਥਾ ਟੇਕ ਕੇ ਦਵਾ ਦਵ ਪਰਲੇ ਪਾਸੇ ਨੂੰ ਚਲੀ ਗਈ, ਜਿੱਧਰ ਗੋਲਕ ਸੀਗੀ। ਤੇ ਮੁੱਠੀ ਹੱਥ 'ਚ ਮੁੱਠੀ ਮੀਟੀ ਹੋਈ ਸੀਗੀ ਤੇ ਇਦਾਂ ਹੀ ਪਾਣ ਲੱਗੀ। ਤੇ ਉਦੋਂ ਮੇਰਾ ਵੀ ਧਿਆਨ ਗਿਆ, ਜਦੋਂ ਮਹਾਰਾਜ ਨੇ ਕਿਹਾ ਮਾਈ ਇਹ ਸੇਵਾ ਮੈਨੂੰ ਦੇ ਦੇ। ਤੇ ਉਹ ਮਾਈ ਇੱਕਦਮ ਏਦਾਂ ਹੋ ਗਈ ਕਿ ਜਿਵੇਂ ਬੰਦਾ ਘਬਰਾ ਨਹੀਂ ਜਾਂਦਾ ਕਿ ਕਿਸੇ ਨੂੰ ਚੋਰੀ ਤੁਸੀਂ ਕਰਦਿਆਂ ਫੜ ਲਿਆ ਹੋ ਜਾਂਦਾ, ਏਦਾਂ ਘਬਰਾ ਜੀ ਗਈ। ਮਹਾਰਾਜ ਕਹਿੰਦੇ ਲੈ ਸੇਵਾ ਮੈਨੂੰ ਦੇ ਦੇ। ਉਹ ਮਾਈ ਦੀ ਮੁੱਠੀ ਬੰਦ ਸੀ ਤੇ ਸਮਝ ਲਓ ਕਿ ਥੋੜਾ ਹੱਥ ਕੰਬਦੇ ਪਏ ਸੀ। ਤੇ ਮਹਾਰਾਜ ਜੀ ਨੇ ਹੱਥ ਅੱਗੇ ਕੀਤਾ ਉੱਠ ਕੇ, ਤੇ ਉਹ ਮਾਈ ਇਧਰ ਨੂੰ ਆਈ ਤੇ ਉਹ ਮਹਾਰਾਜ ਦੀ ਮੁੱਠੀ 'ਚ ਮਹਾਰਾਜ ਨੇ ਹੱਥ ਖੋਲਿਆ ਤੇ ਮੁੱਠੀ 'ਚ ਏਦਾਂ ਹੀ ਫੜਾਤਾ। ਕੀ ਫੜਾਇਆ ਸਾਨੂੰ ਨਹੀਂ ਪਤਾ। ਹਜੂਰ ਮਹਾਰਾਜ ਜੀ ਨੇ ਆਪਣੀ ਜੇਬ 'ਚ ਪਾ ਲਿਆ, ਪ੍ਰਸ਼ਾਦ ਦਿੱਤਾ, ਚਲੇ ਗਏ। ਸਤਸੰਗ ਖਤਮ ਹੋਇਆ ਤੇ ਉਸ ਤੋਂ ਬਾਅਦ ਹਜੂਰ ਮਹਾਰਾਜ ਜੀ ਨੇ ਉਹ ਕਿਸੇ ਨੂੰ ਕਿਹਾ ਕਿ ਆ ਨਾ, ਸਾਨੂੰ ਨਹੀਂ ਪਤਾ ਕਿ ਉਹ ਕਿਹੜੇ ਪੈਸੇ ਸੀ, ਕਿ ਆ ਨਾ ਉੱਥੋਂ ਮੂੰਗਫਲੀ ਲੈ ਕੇ ਆ ਬਾਹਰੋਂ। ਉਹਨਾਂ ਨੇ ਉਹ ਮੂੰਗਫਲੀ ਲੈ ਕੇ ਆਂਦੀ ਤੇ ਉਹ ਮੂੰਗਫਲੀ ਜਿੰਨੇ ਵੀ ਪੈਸੇ ਸੀਗੇ, ਪਤਾ ਨਹੀਂ ₹1.25 ਸੀ ਜਾਂ ₹2.25 ਸੀ, ਜੋ ਵੀ ਸੀ, ਉਹ ਮੂੰਗਫਲੀ ਮਹਾਰਾਜ ਜੀ ਨੇ ਕੱਲਿਆਂ ਨੇ ਥੋੜੀ ਜਿਹੀ ਸੀ ਜੀ ਖਾ ਲਈ। ਸਾਰੇ ਬੈਠੇ ਹੋਏ ਸੀਗੇ, ਮਹਾਰਾਜ ਨੇ ਖਾ ਲਈ। ਹਜੂਰ ਮਹਾਰਾਜ ਜੀ ਕਦੀ ਵੀ ਆਪ ਨਹੀਂ ਛਕਿਆ ਕਰਦੇ ਸੀ, ਉਹ ਬਾਕੀਆਂ ਨੂੰ ਕਹਿੰਦੇ ਛਕੋ। ਉਹਨਾਂ ਨੂੰ ਬਹੁਤ ਸ਼ੌਂਕ ਹੁੰਦਾ ਸੀ ਕਿ ਵੀ ਜਿਹੜੇ ਨਾਲ ਜਿੱਦਾਂ ਅਸੀਂ ਰਹਿੰਦੇ ਹੁੰਦੇ ਸੀ, ਜਦੋਂ ਵੀ ਕੋਈ ਚੀਜ਼ ਬਣਨੀ ਪਹਿਲੋਂ ਸਾਰਿਆਂ ਨੂੰ ਦੇਣੀ, ਖਾਓ ਖਾਓ ਖਾਓ, ਆਪ ਮਾੜੀ ਜੀ ਖਾ ਲੈਣੀ। ਈਵਨ ਪ੍ਰਸ਼ਾਦਾ ਵੀ ਵੱਧ ਤੋਂ ਵੱਧ 2 ਨਹੀਂ ਤੇ 1 ਪ੍ਰਸ਼ਾਦਾ ਲੈਣਾ ਤੇ ਬਾਕੀਆਂ ਨੂੰ ਜ਼ੋਰ ਲਾਣਾ, ਸਾਨੂੰ ਕਹਿਣਾ ਘਿਓ ਪਾਓ, ਆਹ ਪਾਓ। ਤੇ ਉਦੋਂ ਉਹਨਾਂ ਨੇ ਇਕੱਲਿਆਂ ਖਾ ਲਈ ਤੇ ਕੁਛ ਮਨ 'ਚ ਜਚਿਆ ਨਹੀਂ। ਸਾਰੇ ਦੇਖਦੇ ਰਹੇ, ਮਹਾਰਾਜ ਨੇ ਖਾ ਲਈ। ਫਿਰ ਉਸ ਤੋਂ ਬਾਅਦ ਹਜੂਰ ਮਹਾਰਾਜ ਨੇ ਦੱਸਿਆ, ਕਹਿੰਦੇ ਕਿ ਤੁਸੀਂ ਇਹ ਦੇਖਦੇ ਹੁੰਦੇ ਹੋ ਕਿ ਮੈਂ ਇਕੱਲੇ ਨੇ ਇਹ ਮੂੰਗਫਲੀ ਖਾ ਲਈ ਹੈ। ਤੇ ਫਿਰ ਹਜੂਰ ਮਹਾਰਾਜ ਨੇ ਦੱਸਿਆ ਕਿ ਇਹ ਜਿਹੜੀ ਮੂੰਗਫਲੀ ਕਿੱਦਾਂ ਤੇ ਕਿੱਥੋਂ ਆਈ। ਫਿਰ ਉਹਨਾਂ ਨੇ ਦੱਸਿਆ ਕਿ ਉਹ ਮਾਈ ਜਿਹੜੀ ਹੈ, ਉਹਨੇ ਸਤਸੰਗ ਸੁਣਨਾ ਸੀਗਾ ਤੇ ਉਹਨੇ ਬੱਸ ਦੀ ਟਿਕਟ ਨਹੀਂ ਲਈ, ਉਹ ਪੈਦਲ ਆਈ ਸੀ ਕਿ ਮੈਂ ਇਹ ਸੇਵਾ ਪਾਵਾਂਗੀ। ਤੇ ਉਹਨੂੰ ਇਹ ਸ਼ਰਮ ਆ ਰਹੀ ਸੀ ਕਿ ਅਸੀਂ ਅੱਗੇ ਬੈਠੇ ਹਾਂ, ਕੋਈ 100 ਪਾਉਂਦਾ, ਕੋਈ 200, ਤੇ ਸਾਨੂੰ ਦੇਖ ਕੇ ਕਈ ਜਿੰਨੇ ਹੀ ਹੱਥ ਚਾਹੇ ਉਹ ਪਾ ਦਿੰਦਾ ਕਿ ਮਹਾਰਾਜ ਜੀ ਦੇਖ ਰਹੇ ਆ। ਤੇ ਉਹ ਇਹ ਦੇਖ ਰਹੀ ਸੀ ਕਿ ਮੈਂ ਕਿੱਦਾਂ ਸੇਵਾ ਪਾਵਾਂ। ਕਿ ਇਹ ਕਹਿੰਦੇ ਕਿ ਅਸਲੀ ਸੇਵਾ ਹੈ ਉਹ ਜੋ ਪਾਣਾ ਚਾਹੁੰਦੀ ਸੀ, ਪਰ ਉਹ ਸ਼ਰਮਾਂਦੀ ਸੀ। ਕਹਿੰਦੇ ਸੀ ਕਿ ਉਹ ਪੈਦਲ ਆਈ ਸੀ, ਇਹ ਬਚਾ ਕੇ ਕਰਾਇਆ ਕਿ ਮੈਂ ਇਹ ਸੇਵਾ ਪਾਣੀ। ਸੋ ਕਹਿੰਦੇ ਇਹ ਜਿਹੜੀ ਹੈ ਅਸਲੀ ਸੇਵਾ, ਤੇ ਇਸ ਕਰਕੇ ਉਹ ਮੈਂ ਖਾਧੀ ਹੈ ਕਿ ਅਸੀਂ ਉਹਦੀ ਸੇਵਾ ਇਹ ਪ੍ਰਵਾਨ ਕੀਤੀ ਹੈ ਕਿ ਧੰਨ ਹੈ। ਕਹਿੰਦੇ ਸਾਨੂੰ ਦੇਖ ਕੇ ਕਈਆਂ ਨੇ ਆਪਣੀਆਂ ਜੇਬਾਂ ਖਾਲੀ ਕਰ ਦਿੱਤੀਆਂ। ਸੋ ਕਿਹਾ ਕਰਦੇ ਸੀ ਮਹਾਰਾਜ ਜੀ ਕਿ ਇਹ ਉਹ ਜਿਹੜੀ ਸੇਵਾ ਉਹ ਦਿਖਾਵੇ ਦੀ ਹੈ ਕਿ ਜਿੱਥੇ ਤੁਸੀਂ ਸਾਨੂੰ ਦੇਖ ਕੇ 5 ਦੇਣੇ ਤੇ ਸਾਨੂੰ ਦੇਖ ਕੇ ਤੁਸੀਂ 200 ਪਾਤਾ ਤੇ ਸਾਰੇ ਪਾਤੇ, ਕਈ ਖੁਸ਼ ਹੋਵਾਂਗੇ। ਕਹਿੰਦੇ ਸੀ ਨਹੀਂ, ਏਦਾਂ ਖੁਸ਼ੀ ਨਹੀਂ ਹੁੰਦੀ। ਉਹ ਖੁਸ਼ੀ ਹੈ ਜੋ ਤੁਸੀਂ ਆਪਣੀ ਸ਼ਰਧਾ ਦੇ ਨਾਲ, ਆਪਣੇ ਚਾਅ ਦੇ ਨਾਲ ਸਾਨੂੰ ਦਿੱਤਾ ਜਾਂ ਗੋਲਕ 'ਚ ਪਾਇਆ। ਸੋ ਇਹ ਆਪ ਜੀ ਨੂੰ ਮੈਂ ਮਿਸਾਲ ਦਿੱਤੀ ਕਿ ਹਜੂਰ ਮਹਾਰਾਜ ਜੀ ਕਿਹਾ, ਉਹ ਇਹ ਇੱਕ ਕੈਸਟ ਦੇ ਵਿੱਚ ਵੀ ਹੈ। ਹਜੂਰ ਮਹਾਰਾਜ ਜੀ ਨੇ ਖੁਦ ਇਸ ਬਾਰੇ ਫਰਮਾਨ ਕੀਤਾ ਹੈਗਾ। ਇਹ ਆਪ ਜੀ ਨੂੰ ਕੈਸਟ 'ਚ ਲੱਭਣਾ ਪਏਗਾ ਕਿਉਂਕਿ ਹਜੂਰ ਮਹਾਰਾਜ ਦੀਆਂ ਕੈਸਟਾਂ ਇੰਗਲੈਂਡ ਦੇ ਵਿੱਚ, ਇੰਡੀਆ ਦੇ ਵਿੱਚ ਕਾਫੀ ਰਿਲੀਜ਼ ਹੋਈਆਂ ਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਆਪ ਜੀ ਨੂੰ ਹੋਰ ਸਾਖੀਆਂ ਵੀ ਮਿਲ ਜਾਣਗੀਆਂ। ਦੂਸਰਾ, ਮੈਂ ਜੀ ਸੇਵਾ ਦੀ ਗੱਲ ਕੀਤੀ ਹੈ, ਮੇਰੇ ਸੱਜਣ ਮਿੱਤਰ ਹੈਗੇ ਨੇ, ਠੀਕ ਆ, ਉਹ ਸੇਵਾ ਉਹਨਾਂ ਨੂੰ ਕਈ ਵਾਰੀ ਕਿਹਾ ਜਾਂਦਾ ਕਿ ਇੰਨੀ ਸੇਵਾ ਪਾਣੀ ਹੈ, ਤੇ ਜਦ ਕਿ ਉਹ ਐਕਸਪੈਕਟ ਵੀ ਨਹੀਂ ਕਰਦੇ ਕਿ ਉਨੀ ਸੇਵਾ ਦੇਣੀ ਪਏਗੀ। ਲੇਕਿਨ ਕਿ ਕੁਛ ਕਹਿ ਸਕਦੇ ਨੇ ਕਿ ਮਹਾਰਾਜ ਜੀ ਮੈਂ ਤੰਗ ਆ ਮਹਾਰਾਜ ਜੀ, ਜਾਂ ਅਜੇ ਥੋੜਾ ਏਦਾਂ ਮੈਂ ਘਰ ਦਾ ਕੰਮ ਕਰਨਾ ਜਾਂ ਇੰਨੀ ਪਾਦਾ, ਪਰ ਕਈ ਹੈਗੇ ਉਹ ਨਹੀਂ ਬੋਲ ਸਕਦੇ। ਅੱਛਾ, ਕੀ ਹੈ ਕਿ ਹੁੰਦਾ ਕੀ ਹੈ ਕਿ ਜੋ ਕਹੀ ਗਈ ਉਹਨਾਂ ਦੇਤੀ, ਪਰ ਉਸ ਤੋਂ ਬਾਅਦ ਉਹ ਕੰਫਰਟੇਬਲ ਨਹੀਂ ਹੁੰਦੇ, ਉਹ ਬਹੁਤ ਜ਼ਿਆਦਾ ਉਹ 'ਚ ਪਰੇਸ਼ਾਨ ਹੁੰਦੇ ਕਿ ਜੋ ਉਹਨਾਂ ਸੋਚਿਆ ਸੀ ਉਹ ਨਹੀਂ ਹੋਇਆ ਤੇ ਉਧਰ ਸੇਵਾ ਸਾਨੂੰ ਪਾਣੀ ਪਈ। ਕਈ ਜਿਹੜੇ ਆ ਇਹ ਸੁਣ ਕੇ ਕਿ ਮਹਾਰਾਜ ਨੇ ਕਿਹਾ ਤੇ ਸੇਵਾ ਪਾਤੀ ਕਿ ਮੈਂ ਦੂਸਰੇ ਨੂੰ ਵੀ ਪਿੱਛੇ ਛੱਡਦਾ, ਜੇ ਮਹਾਰਾਜ ਨੇ 4 ਕਿਹਾ ਤੇ ਮੈਂ 5 ਪਾ ਦੇਣਾ ਤੇ ਤਾਂ ਕਿ ਮੇਰਾ ਉਹਨਾਂ ਦੇ ਸਾਹਮਣੇ ਕੱਦ ਵੱਡਾ ਹੋਏਗਾ। ਨਹੀਂ,
ਇਹ ਵੀ ਗਲਤ ਹੈ ਕਿ ਜਦੋਂ ਤੁਸੀਂ ਸੇਵਾ ਪਾਈ ਔਰ ਤੁਹਾਡੇ ਮਨ 'ਚ ਆ ਗਿਆ ਕਿ ਤੁਸੀਂ ਨਹੀਂ ਪਾਣਾ ਚਾਹੁੰਦੇ ਸੀ, ਇੰਨੀ ਘੱਟ ਪਾਣਾ ਚਾਹੁੰਦੇ ਸੀ, ਤੇ ਉਹ ਸੇਵਾ ਤੁਹਾਡੀ ਨਹੀਂ ਲੱਗਦੀ। ਇਹ ਹਜ਼ੂਰ ਮਹਾਰਾਜ ਕਿਆ ਕਰਦੇ ਸੀ। ਆਪ ਜੀ ਨੂੰ ਮੈਂ ਸਾਖੀ ਵੀ ਸੁਣਾਈ ਹੈ। ਉਹ ਕਹਿੰਦੇ ਸੀ ਕਿ ਚਾਹੇ ਆਪ ਇੱਕ ਫੁੱਲ ਲੈ ਆਓ, ਖਾਲੀ ਨਾ ਆਓ, ਤੁਹਾਡੇ ਕੋਲ ਪੈਸੇ ਨਹੀਂ, ਲੇਕਿਨ ਇੱਕ ਫੁੱਲ ਤੋੜ ਕੇ ਉਹੋ ਹੀ ਛੋਟਾ ਚੜਾ ਦਿਓ, ਉਹ ਵੀ ਪ੍ਰਵਾਨ ਹੈ। ਪਰ ਜੇ ਤੁਸੀਂ ਉਹ ਚੜਾਓ ਆਪਣੀ ਸ਼ਰਧਾ ਤੇ ਨਿਸ਼ਚਾ ਦੇ ਨਾਲ, ਨਾ ਕਿ ਕਿਸੇ ਜ਼ੋਰ ਦੇ ਨਾਲ, ਸੋ ਉਹ ਸੇਵਾ ਨਹੀਂ ਲੱਗਣੀ। ਔਰ ਉਹ ਸੱਜਣ ਵੀ ਹਮੇਸ਼ਾ ਕਿਹਾ ਕਰਦੇ, ਯਾਰ ਸੇਵਾ ਤਾਂ ਮੈਂ ਦੇਤੀ ਕਹਿਣ ਤੇ, ਪਰ ਲੱਗਣੀ ਨਹੀਂ, ਮੈਨੂੰ ਵੀ ਪਤਾ ਨਹੀਂ ਲੱਗਣੀ। ਕਿਉਂ ਕਿ ਉਹ ਨਹੀਂ ਦੇਣਾ ਚਾਹੁੰਦੇ ਸੀ, ਪਰ ਉਹਨਾਂ ਨੂੰ ਕਿਹਾ ਗਿਆ ਕਿ ਤੈਨੂੰ ਇੰਨੀ ਸੇਵਾ ਪਾਣੀ ਪੈਣੀ ਹੈ, ਤੈਨੂੰ ਇੰਨੀ ਸੇਵਾ ਦੇਣੀ ਪੈਣੀ ਹੈ। ਸੋ ਇਹ ਹੈ ਜਿਹੜੀ ਧਨ ਦੀ ਸੇਵਾ, ਇਹ ਆਪ ਜੀ ਤੇ ਨਿਰਭਰ ਹੈ। ਆਪ ਜੀ ਅਗਰ ਆਪਣੇ ਆਪ ਨੂੰ ਕੀ ਕਹਿੰਦੇ ਆ, ਇਹ ਸਮਝਦੇ ਹੋ ਕਿ ਆਪ ਜੀ ਮਜਬੂਰ ਹੋ ਕੇ ਪਾ ਰਹੇ ਹੋ, ਤੇ ਫਿਰ ਇਹਦਾ ਮਤਲਬ ਕਿ ਚਾਹੀ ਆਪਣੇ ਖੂਹ 'ਚ ਪਾਤੀ, ਚਾਹੀ ਉੱਥੇ ਗੋਲਕ 'ਚ ਪਾਤੀ ਜਾਂ ਸੇਵਾ ਦੇਤੀ। ਕਹਿੰਦੇ ਗੁਰੂ ਤੇ ਸੇਵਕ ਦੇ ਵਿੱਚ ਡਰ ਨਹੀਂ ਹੋਣਾ ਚਾਹੀਦਾ। ਡਰ ਮਤਲਬ ਕਿ ਰਿਸਪੈਕਟ, ਡਰ ਭੋ ਹੋਣਾ ਚਾਹੀਦਾ ਹੈ, ਪਰ ਇਹ ਡਰ ਭੋ ਨਹੀਂ ਹੋਣਾ ਚਾਹੀਦਾ ਕਿ ਉਹ ਗੁਰੂ ਆਪਣੇ ਦੇ ਨਾਲ ਗੱਲ ਨਾ ਕਰ ਸਕੇ। ਅਗਰ ਅਸੀਂ ਆਪਣੇ ਮਾਂ-ਬਾਪ ਦੇ ਨਾਲ ਗੱਲ ਨਹੀਂ ਕਰ ਸਕਦੇ ਤੇ ਅਸੀਂ ਗਲਤ ਹੋ ਜਾਵਾਂਗੇ ਕਿਸੇ ਵੇਲੇ। ਖਾਸ ਕਰਕੇ ਜਦੋਂ ਬੱਚੇ ਆਪਣੇ ਮਾਂ-ਬਾਪ ਦੇ ਨਾਲ ਆਪਣੀ ਗੱਲਬਾਤ ਨਹੀਂ ਕਰਦੇ, ਜਾਂ ਮਾਂ-ਬਾਪ ਆਪਣੇ ਬੱਚਿਆਂ ਨਾਲ ਫਰੈਂਡਲੀ ਨਹੀਂ ਹੁੰਦੇ, ਤੇ ਬੱਚੇ ਗਲਤ ਹੋ ਸਕਦੇ। ਫਾਰ ਐਗਜ਼ਾਮਪਲ ਕਿ ਬੱਚਾ ਅਗਰ ਤੁਹਾਡੇ ਕੋਲ ਡਰਦਾ ਹੈ ਤੇ ਬਾਹਰ ਉਹ ਕੁਝ ਕਰਨਾ ਚਾਹੁੰਦਾ ਜਾਂ ਕੋਈ ਕਰਮ ਕਰ ਆਇਆ ਤੇ ਉਹ ਦੱਸਣਾ ਚਾਹੁੰਦਾ, ਪਰ ਉਹ ਤੁਹਾਨੂੰ ਦੱਸਣ ਦੀ ਬਜਾਏ ਉਹ ਆਪਣੇ ਅੰਦਰ ਰੱਖ ਲੇਗਾ, ਕਿਉਂਕਿ ਉਹਨੂੰ ਪਤਾ ਕਿ ਜੇ ਮੈਂ ਦੱਸਿਆ ਤਾਂ ਮੈਨੂੰ ਸੁਣਨ ਤੋਂ ਪਹਿਲਾਂ ਹੀ ਚਪੇੜਾਂ ਪੈਣੀਆਂ, ਮੈਨੂੰ ਸੁਣਨ ਤੋਂ ਪਹਿਲਾਂ ਹੀ ਕੁੱਟਮਾਰ ਹੋਣੀ ਹੈ, ਇਸ ਲਈ ਮੈਂ ਨਹੀਂ ਦੱਸਣਾ। ਔਰ ਉਹ ਤੁਹਾਡੇ ਕੋਲੋਂ ਲੁਕਾ ਲੈਂਦਾ, ਲੁਕਾ ਕੇ ਫਿਰ ਉਹ ਜਿਹੜਾ ਗਲਤ ਕੰਮ ਕੀਤਾ ਜਾਂ ਉਹ ਸਹੀ ਹੋ ਸਕਦਾ, ਉਹ ਨਹੀਂ ਹੁੰਦਾ। ਜਿਹੜੇ ਮਾਂ-ਬਾਪ ਆਪਣੇ ਬੱਚਿਆਂ ਦੇ ਨਾਲ ਫਰੈਂਡ ਹੋ ਜਾਂਦੇ ਨੇ, ਦੋਸਤ ਹੋ ਜਾਂਦੇ ਨੇ, ਉਹਨਾਂ ਨੇ ਗੱਲਾਂ ਕਰਦੇ ਨੇ, ਅੱਜ ਬਾਹਰ ਕੀ ਕੀਤਾ, ਕੀ ਕਰਕੇ ਆਇਆ, ਅੱਜ ਕਿਹਨੂੰ ਮਿਲਿਆ, ਫਿਰ ਬੱਚੇ ਵੀ ਉਹ ਆ ਕੇ ਆਪਣੇ ਮਾਂ-ਬਾਪ ਦੇ ਨਾਲ ਡਿਸਕਸ ਕਰਦੇ ਨੇ, ਮੈਂ ਆਹ ਕੀਤਾ, ਮੈਂ ਉੱਥੇ ਜਾਣਾ, ਮੈਂ ਉਹਨੂੰ ਬੁਲਾਣਾ। ਤੇ ਅਸੀਂ ਗਾਈਡ ਕਰ ਸਕਦੇ ਕਿ ਨਹੀਂ ਨਹੀਂ ਉਹ ਬੰਦਾ ਠੀਕ ਨਹੀਂ, ਮੇਰਾ ਐਕਸਪੀਰੀਅੰਸ ਹੈ, ਤੂੰ ਆਹ ਨਾ ਕਰੀ, ਤੂੰ ਏਦਾਂ ਨਾ ਕਰੀ। ਸੋ ਬੱਚਾ ਉਸ ਰਾਹ ਤੋਂ ਮੁੜ ਸਕਦਾ, ਮਿਸਗਾਈਡ ਹੋਣ ਤੋਂ ਮੁੜ ਸਕਦਾ। ਸੋ ਇਸ ਲਈ ਆਪਣੇ ਗੁਰੂ ਦੇ ਨਾਲ ਅਗਰ ਆਪ ਨਹੀਂ ਗੱਲ ਕਰ ਸਕਦੇ ਕਿ ਮਹਾਰਾਜ ਜੀ, ਬਾਬਾ ਜੀ, ਸਾਈਂ ਜੀ, ਅਸੀਂ ਇਸ ਵੇਲੇ ਇੰਨਾ ਅਫੋਰਡ ਨਹੀਂ ਕਰ ਸਕਦੇ, ਅਸੀਂ ਇਸ ਵੇਲੇ ਇੰਨਾ ਨਹੀਂ ਕਰ ਸਕਦੇ, ਆਪ ਜੀ ਨੂੰ ਖੁਦ ਪਤਾ ਹੈਗਾ, ਅਸੀਂ ਤਾਂ ਤੁਹਾਡੇ ਕੋਲ ਖੁਦ ਮੰਗਣ ਆਏ ਆ ਕਿ ਤੰਗ ਆ, ਹਾਂ ਆਪ ਜੀ ਕਿਰਪਾ ਕਰੋ, ਰਹਿਮਤ ਕਰੋ, ਜੋ ਆਪਨੇ ਕਿਹਾ ਇਹ ਤੋਂ ਡਬਲ ਟ੍ਰਿਪਲ ਪਾਈਏ, ਠੀਕ ਹੈ। ਪਰ ਜੇ ਉਹਨਾਂ ਨੇ ਕਿਹਾ ਤੇ ਤੁਸੀਂ ਉਸ ਸਮਰੱਥਾ ਦੇ ਵਿੱਚ ਨਹੀਂ ਹੈਗੇ, ਤੁਸੀਂ ਪਾਓ, ਤੇ ਤੁਸੀਂ ਖੁਦ ਲੋਨ ਲੈ ਕੇ ਕਿਸੇ ਕੋ ਫੜ ਕੇ ਪਾਇਆ, ਆਪ ਸਫਰ ਕਰਦੇ ਪਏ ਹੋ, ਤੇ ਉਹਦਾ ਦੁੱਖ ਕਿਹਨੂੰ ਜਾਏਗਾ? ਆਪ ਜੀ ਦੇ ਗੁਰੂ ਨੂੰ, ਆਪ ਜੀ ਦੇ ਸੰਤ ਨੂੰ, ਆਪ ਜੀ ਦੇ ਮਹਾਰਾਜ ਜੀ ਨੂੰ। ਤੇ ਆਪ ਉਹਨਾਂ ਨੂੰ ਦੁਖੀ ਦੇਖਣਾ ਚਾਹੁੰਦੇ ਹੋ? ਨਹੀਂ। ਇਸ ਕਰਕੇ ਆਪਣੇ ਗੁਰੂ ਦੇ ਨਾਲ ਗੱਲ ਕਰੋ, ਆਪਣੇ ਗੁਰੂ ਦੇ ਨਾਲ ਬਾਤ ਕਰੋ, ਉਹਨਾਂ ਨੂੰ ਦੱਸੋ ਕਿ ਆਹ ਪ੍ਰੋਬਲਮ ਹੈ। ਕਈ ਵਾਰੀ ਕੀ ਹੁੰਦਾ ਕਿ ਸਾਨੂੰ ਨਾ ਬਾਬਾ ਜੀ ਨੇ ਕਹਿਤਾ, ਸਾਨੂੰ ਮਹਾਰਾਜ ਜੀ ਨੇ ਕਹਿਤਾ ਕਿ ਫਲਾਣੀ ਡੇਟ ਨੂੰ ਤੁਸੀਂ ਆਹ ਕਰ ਲਓ, ਓਕੇ, ਤੁਸੀਂ ਪੁੱਛਿਆ, ਉਹਨਾਂ ਕਿਹਾ ਠੀਕ ਆ, ਫਲਾਣੀ ਡੇਟ ਰੱਖ ਲਓ। ਸੰਤ ਸਹਿ ਸਬਾਏ ਜੋ ਮਰਜੀ ਕਹਿ ਸਕਦੇ ਆ, ਕਹਿਤਾ ਉਹਨਾਂ ਨੇ। ਹੁਣ ਤੁਹਾਡੇ ਮਨ ਚ ਹੈ ਕਿ ਨਹੀਂ ਨਹੀਂ ਉਹ ਡੇਟ ਤਾਂ ਠੀਕ ਨਹੀਂ, ਉਹ ਡੇਟ ਤੇ ਆ ਨਹੀਂ, ਉਹ ਡੇਟ ਤੇ ਫਲਾਣੀ ਚੀਜ਼ ਹੈ, ਹੁਣ ਕੀ ਕਰੀਏ, ਉਹਨਾਂ ਤੇ ਕਹਿਤਾ, ਅਸੀਂ ਫਲਾਣੀ ਸੋਚੀ ਸੀ। ਭਲੇ ਮਾਨਸੋ, ਇਹਦੇ ਨਾਲ ਤੁਸੀਂ ਕਿਉਂ ਨਹੀਂ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਇਹ ਕਰਮ ਕਰਨਾ ਅਸੀਂ, ਤੇ ਆਹ ਡੇਟ ਹੀ ਸੋਚੀ ਹੈ, ਆਹ ਸੋਚੀ ਹੈ, ਕਿ ਇਹ ਠੀਕ ਹੈ ਜਾਂ ਨਹੀਂ, ਕਿ ਤੁਸੀਂ ਦੱਸੋ ਕਿ ਵੀ ਅਸੀਂ ਕਰ ਸਕਦੇ ਜਾਂ ਨਹੀਂ ਕਰ ਸਕਦੇ, ਕਿ ਪਲੀਜ਼। ਫਿਰ ਉਹ ਤੁਹਾਨੂੰ ਦੱਸਣ ਕਿ ਆਹ ਨਹੀਂ ਤੇ ਆਹ ਡੇਟ ਚੰਗੀ ਹੈ। ਪਰ ਜਦ ਤੁਸੀਂ ਇਹ ਸੋਚਦੇ ਹੋ ਕਿ ਬਾਬਾ ਜੀ ਤੁਸੀਂ ਦੱਸੋ, ਤੇ ਜਦੋਂ ਉਹਨਾਂ ਦੱਸਦੀ ਤੇ ਫਿਰ ਆਪ ਜੀ ਮੌਨ ਕਰਦੇ ਹੋ। ਸੋ ਇਹ ਚੀਜ਼ ਜਿਹੜੀ ਹੈ ਉਹ ਠੀਕ ਨਹੀਂ ਹੈ। ਗੁਰੂ ਦੇ ਨਾਲ ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਰੱਖੋ ਜਿਸ ਤਰ੍ਹਾਂ ਆਪ ਦੇ ਮਾਂ-ਬਾਪ, ਉਹਦੇ ਨਾਲ ਸੱਜਣ ਬਣੋ, ਉਹਦੇ ਨਾਲ ਮਿੱਤਰ ਬਣੋ, ਔਰ ਉਹਨੂੰ ਆਪਣੀ ਮਜਬੂਰੀ ਦੱਸੋ, ਤਾਂ ਕਿ ਉਹ ਦੱਸਣ, ਫਿਰ ਉਹ ਤੁਹਾਨੂੰ ਕਹਿਣ ਨਹੀਂ ਆਹ ਸਾਡਾ ਹੁਕਮ ਹੈ, ਏਦਾਂ ਹੀ ਹੋਣਾ, ਉਹ ਤੋਂ ਬਾਅਦ ਤੁਹਾਡੀ ਮਰਜ਼ੀ ਹੈ। ਤੇ ਮੇਰੀ ਤੇ ਇਹ ਹੈ ਕਿ ਜੇ ਡਰਨਾ ਤੇ ਆਪਣੇ ਗੁਨਾਹਾਂ ਤੋਂ ਡਰੀਏ, ਜੇ ਡਰਨਾ ਹੈਗਾ ਤੇ ਜੇ ਅਸੀਂ ਚੋਰੀ ਕੀਤੀ ਆ ਜੀ ਉਹ ਤੋਂ ਡਰੀਏ,
ਜਦ ਇਹ ਚੋਰੀ ਨਹੀਂ ਕੀਤੀ ਤੇ ਪੁਲਿਸ ਦੀਆਂ ਗੱਡੀਆਂ ਦੌੜ ਭੱਜਣ ਰਹੀਆਂ ਤੇ ਸਾਨੂੰ ਕੀ ਹੈ, ਸਾਨੂੰ ਕੀ ਉਹਦਾ ਕੀ ਕਹਿੰਦੇ ਡਰ ਹੈ। ਜਦ ਇਹ ਚੋਰੀ ਨਹੀਂ ਕੀਤੀ ਤੇ ਫਿਰ ਸਾਨੂੰ ਡਰ ਕਿਉਂ ਹੋਣਾ ਚਾਹੀਦਾ? ਡਰਨਾ ਨਹੀਂ ਚਾਹੀਦਾ। ਗੁਰੂ ਦੇ ਨਾਲ, ਮਾਂ-ਬਾਪ ਦੇ ਨਾਲ, ਆਪਣੇ ਸੱਜਣਾ ਮਿੱਤਰਾਂ ਦੇ ਨਾਲ ਆਪਣੇ ਦਿਲ ਦੀ ਗੱਲ ਕਰਨੀ ਚਾਹੀਦੀ ਹੈ, ਤਾਂ ਕਿ ਆਪ ਜੀ ਨੂੰ ਉਸ ਦਾ ਹੱਲ ਮਿਲ ਸਕੇ। ਕੁਛ ਨਾ ਕੁਛ ਉਹ ਤੁਹਾਨੂੰ ਉਹਦਾ ਗਾਈਡੈਂਸ ਦੇ ਸਕਣ। ਸੋ ਜਿਹੜਾ ਧਨ ਦੀ ਗੱਲ ਕੀਤੀ ਹੈ ਅੱਜ, ਉਹ ਧਨ ਤਾਂ ਹੀ ਲੱਗੇਗਾ ਅਗਰ ਜੋ ਆਪ ਜੀ ਦੇ ਕੋਲੋਂ ਸਰਦਾ ਹੈ, ਆਪ ਜੀ ਦੀ ਸ਼ਰਧਾ ਹੈ, ਉਹ ਦਿਓ। ਆਪ ਜੀ ਗੋਲਕ ਚ ਪਾਓ, ਜੋ ਆਪ ਕੋ ਸਰਦਾ ਉਹਨੂੰ ਦਿਓ। ਠੀਕ ਹੈ, ਕਈ ਵਾਰੀ ਆਪਾਂ ਲੋਕ ਕਰਦੇ ਹਾਂ, ਚਲੋ ਅਸੀਂ ਨਾ ਮਹਾਰਾਜ ਜੀ ਦੇ, ਬਾਬਾ ਜੀ ਦੇ, ਸੰਤਾਂ ਦੇ ਹੱਥ ਚ ਫੜਾਈਏ ਤਾਂ ਕਿ ਬੜੇ ਫਕਰ ਹੋ ਕੇ ਕਿ ਮੈਂ ਇੰਨੀ ਸੇਵਾ ਪਾਈ। ਠੀਕ ਹੈ, ਉਹ ਤਾਂ ਸੇਵਾ ਤੇ ਉੱਥੇ ਹੀ ਮਿੱਟੀ ਹੋ ਗਈ ਜਦੋਂ ਤੁਹਾਡੇ ਮਨ ਚ ਇਹ ਆ ਗਿਆ। ਉਹ ਸੇਵਾ ਨਹੀਂ ਲੱਗਣੀ, ਜੋ ਮਰਜ਼ੀ ਕਰ ਲਓ। ਕਿੰਨੇ ਜਣੇ ਆਪਾਂ ਨੂੰ ਪਤਾ ਹੈਗਾ, ਅਸੀਂ ਲੱਖਾਂ ਹੀ ਸੇਵਾ ਪਾਉਂਦੇ ਆ, ਮੁੜ ਕੇ ਅਸੀਂ ਕਹਿੰਦੇ ਕੰਮ ਤਾਂ ਹੋਇਆ ਨਹੀਂ, ਇੰਨੀ ਸੇਵਾ ਵੀ ਪਾਉਂਦੇ ਆ। ਕਿਉਂ? ਉਹ ਸੇਵਾ ਦਿਲੋਂ ਨਹੀਂ ਪਾਈ ਜਾਂਦੀ। ਇਸ ਕਰਕੇ ਦਿਲੋਂ ਪਾਓ, ਚਾਹੇ 1.25 ਰੁਪਇਆ ਪਾਓ, 125 ਪਾਓ, ਦਿਲੋਂ ਪਾਓ ਖੁਸ਼ ਹੋ ਕੇ, ਜੋ ਆਪ ਅਫੋਰਡ ਕਰ ਸਕਦੇ ਹੋ ਉਹ ਪਾਓ। ਲੰਗਰ ਲਾਓ ਅਗਰ ਆਪ ਅਫੋਰਡ ਕਰ ਸਕਦੇ ਹੋ, ਤੇ ਡਰੋ ਨਾ। ਆਪਣੇ ਸੱਜਣ ਨਾਲ, ਆਪਣੇ ਮਿੱਤਰ ਨਾਲ, ਆਪਣੇ ਗੁਰੂ ਦੇ ਨਾਲ ਆਪਣੇ ਦਿਲ ਦੀ, ਆਪਣੇ ਹਿਰਦੇ ਦੀ ਗੱਲ ਕਰੋ। ਠੀਕ ਹੈ, ਤੇ ਜੋ ਵੈਰ ਵਿਰੋਧ ਹੈ ਉਹਨੂੰ ਦੂਰ ਭਜਾ ਦਿਓ। ਮੇਰੀ ਮੇਰੀ ਕਰਤਾ ਕਹਿੰਦੇ ਜਗ ਮੂਆ ਹੈ। ਸੋ ਅਸੀਂ ਕੀ ਕਹਿੰਦੇ ਆ ਕਿ ਉਦਾਂ ਨਹੀਂ ਹੋਣਾ, ਤੇ ਆਪਣਾ ਗੁਣ ਨਹੀਂ ਗਵਾਉਣਾ। ਜੋ ਸਾਡੇ ਚੰਗੇ ਗੁਣ ਨੇ, ਸਾਡੇ ਚੰਗੇ ਕਰਮ ਬਣਾਉਣੇ ਨੇ, ਤੇ ਕਿਸੇ ਦੇ ਕਹਿਣ ਤੇ ਆਪਣਾ ਚੰਗਾ ਰਸਤਾ ਨਹੀਂ ਛੱਡਣਾ, ਕਿ ਅਸੀਂ ਆਪਣਾ ਚੰਗਾ ਰਸਤਾ ਨਹੀਂ ਗਵਾਉਣਾ ਕਿਸੇ ਦੇ ਕਹਿਣ ਤੇ। ਸੋ ਆਪਣੇ ਅੰਦਰ ਕੁਆਲਿਟੀਆਂ ਪੈਦਾ ਕਰੀਏ ਤੇ ਗੁਰੂ ਮਹਾਰਾਜ ਦੀ ਸਿੱਖਿਆ ਤੇ ਚੱਲੀਏ, ਤੇ ਡਰਨਾ ਤੇ ਆਪਣੇ ਗੁਨਾਹਾਂ ਤੋਂ, ਆਪਣੇ ਪਾਪਾਂ ਤੋਂ ਡਰੀਏ। ਤੇ ਦਾਨ ਜਿੱਥੇ ਆਪ ਜੀ ਦਾ ਮਨ ਕਰਦਾ, ਜੋ ਦਿਲੋਂ ਕਰਦਾ, ਉਹ ਦਿਓ। ਸ਼ਰਧਾ ਨਾ ਦਿਓ, ਉਹਨੂੰ ਫਲ ਲੱਗੇਗਾ। ਇਹ ਹਜ਼ੂਰ ਮਹਾਰਾਜ ਜੀ ਹਮੇਸ਼ਾ ਕਿਹਾ ਕਰਦੇ ਸੀਗੇ। ਸੋ ਅੱਜ ਦੇ ਲਈ ਇੰਨਾ ਹੀ। ਆਪ ਜੀ ਕੋਲੋਂ ਮੈਂ ਮਾਫੀ ਚਾਹੁੰਦਾ ਅਗਰ ਮੈਂ ਕੋਈ ਗਲਤ ਕਿਹਾ, ਤੇ ਆਪ ਜੀ ਮਾਫ ਕਰ ਦੇਣਾ। ਤੇ ਆਪ ਬਖਸ਼ਣਹਾਰ ਹੋ। ਸੰਗਤ ਕਹਿੰਦੇ ਆ ਕਿ ਉੱਚੀ ਹੁੰਦੀ ਆ, ਆਪ ਬਖਸ਼ ਸਕਦੇ ਹੋ। ਤੇ ਇਦਾਂ ਹੀ ਦੇਖਦੇ ਰਹੋ। ਮੈਂ ਆਪ ਜੀ ਨੂੰ ਪਹਿਲਾਂ ਵੀ ਕਿਹਾ, ਆਪ ਜੀ ਆਪਣੇ ਸਵਾਲ ਭੇਜ ਦਿਓ, ਲੇਕਿਨ ਆਪ ਰੂਬਰੂ ਨਹੀਂ ਆਉਣਾ ਚਾਹੁੰਦੇ। ਤੇ ਮੇਰੀ ਇਹ ਹੈ ਕਿ ਆਪ ਜੀ ਰੂਬਰੂ ਆ ਕੇ ਖੁਦ ਇੱਥੇ ਸਵਾਲ ਕਰਿਆ ਕਰੋ। ਕੋਈ ਆਪ ਜੀ ਨੂੰ ਕੁਛ ਨਹੀਂ ਕਹਿੰਦਾ, ਕੋਈ ਆਪ ਜੀ ਨੂੰ ਕੁਛ ਨਹੀਂ ਕਹੇਗਾ। ਕਈ ਕਹਿੰਦੇ ਨੇ ਜੀ ਅਸੀਂ ਉੱਥੇ ਜਾਂਦੇ ਹਾਂ, ਸ਼ਾਇਦ ਉਹ ਕਹਿਣਗੇ ਤੁਸੀਂ ਉਹਨਾਂ ਨੂੰ ਕਿਉਂ ਕਿਹਾ। ਸੋ ਇਹ ਚੀਜ਼ਾਂ ਤੁਸੀਂ ਆਪਣੇ ਮਨ ਚੋਂ ਕੱਢ ਦਿਓ। ਆਪ ਜੀ ਉਸ ਗੁਰੂ ਦੇ ਨਾਲ, ਆਪਣੇ ਰੱਬ ਨਾਲ ਜੁੜੋ, ਉਹਦਾ ਸਿਮਰਨ ਕਰੋ, ਤੇ ਵੱਧ ਤੋਂ ਵੱਧ ਸੇਵਾ ਕਰੋ, ਵੱਧ ਤੋਂ ਵੱਧ ਲੋਕ ਭਲਾਈ ਕਰੋ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਧੰਨ ਦਰਸ਼ਨ।